ਗੁਰੂ ਸਾਹਿਬ ਜੀ। ਬਿੰਜਨ ਨਿਜ ਕਰ ਜਨਨ ਸਵਾਰੇ, ਬੈਠ ਨਿਕਟ ਕਰ ਨਿਹੋ ਜਿਵਾਰੇ। ਮਾਤਾ ਤ੍ਰਿਪਤਾ ਜੀ ਨੇ ਬੜੇ ਹੀ ਸੁੰਦਰ ਭੋਜਨ ਆਪਣੇ ਹੱਥੀਂ ਆਪਣੇ ਪੁੱਤਰ ਦੇ ਵਾਸਤੇ ਤਿਆਰ ਕੀਤੇ ਹਨ। ਤੇ ਜਦੋਂ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪ੍ਰੇਮੀ ਰਾਜੇ ਰਾਏ ਬੁਲਾਰ ਨੂੰ ਮਿਲ ਕਰਕੇ ਘਰ ਦੇ ਵਿੱਚ ਵਾਪਸ ਆਏ ਹਨ, ਤੇ ਮਾਤਾ ਜੀ ਨੇ ਉਹ ਪਦਾਰਥ, ਉਹ ਭੋਜਨ ਆਪਣੇ ਹੱਥੀਂ ਆਪਣੇ ਪੁੱਤਰ ਨੂੰ ਬੜੇ ਪ੍ਰੇਮ ਦੇ ਨਾਲ ਛਕਾਉਣਾ ਕੀਤਾ ਹੈ। ਰਚਰ ਅਸਨ ਜੋ ਅਚਿਓ ਕਿਰਪਾਲਾ। ਤੇ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਜਦੋਂ ਉਹ ਸੁੰਦਰ ਭੋਜਨ ਛਕਣਾ ਕੀਤਾ ਹੈ, ਗਏ ਤਲਪ ਪਰ ਮਿਰਦੁਲ ਵਿਸਾਲਾ। ਤੇ ਫੇਰ ਜੋ ਸੁੰਦਰ ਸੇਜਾ ਹੈ, ਬੜੀ ਕੋਮਲ ਸੇਜਾ ਹੈ, ਉਸ ਕੋਮਲ ਸੇਜਾ ਦੇ ਉੱਪਰ ਵਿਸ਼ਰਾਮ ਕਰਨ ਵਾਸਤੇ ਸਤਿਗੁਰੂ ਗਰੀਬ ਨਵਾਜ ਚਲੇ ਗਏ ਹਨ। ਜਾਮ ਨਿਸਾ ਬੀਤੀ ਕੀ ਸੈਨਾ। ਸਤਿਗੁਰੂ ਗਰੀਬ ਨਵਾਜ ਜੀਆਂ ਨੇ 3 ਪਹਿਰ ਰਾਤ ਵਿਸ਼ਰਾਮ ਕਰਦਿਆਂ ਹੋਇਆਂ ਬਤੀਤ ਕੀਤੀ ਹੈ। ਰਹੀ ਜਾਮ ਜਾਗੇ ਗੁਣ ਐਨਾ। 1 ਪਹਿਰ ਰਾਤ ਰਹਿੰਦੀ ਗੁਣਾਂ ਦੇ ਘਰ ਸਤਿਗੁਰੂ ਗਰੀਬ ਨਵਾਜ ਉੱਠੇ ਹਨ। ਕਰਮ ਕਰਮ ਸੋਚ ਕੀਨ ਇਸਨਾਨਾ। ਫਿਰ ਹੌਲੀ ਹੌਲੀ ਸ਼ੌਚ ਕਿਰਿਆ ਕਰਕੇ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਇਸ਼ਨਾਨ ਪਾਣ ਦੀ ਕਿਰਿਆ ਕੀਤੀ ਹੈ। ਪਹਿਰੈ ਚੀਰ ਸਰੀਰ ਸੁਹਾਨਾ। ਤੇ ਫਿਰ ਆਪਣੇ ਸਰੀਰ ਦੇ ਉੱਪਰ ਬੜੇ ਸੁੰਦਰ ਸ਼ੋਭਾ ਵਾਲੇ, ਵਡਿਆਈ ਵਾਲੇ, ਬੜੇ ਹੀ ਸੁੰਦਰ ਸੁਹਾਵਣੇ ਵਸਤਰ ਪਹਿਨੇ ਹਨ। ਭਈ ਭੌਰ ਜਸ ਜਾਸ ਪਵਿੱਤਰਾ। ਤੇ ਫਿਰ ਸਵੇਰ ਹੋਣਾ ਕੀਤੀ ਹੈ, ਜਿਸ ਦਾ ਜਸ ਬੜਾ ਹੀ ਪਵਿੱਤਰ ਹੈ। ਵੈਸੇ ਸੋਹਤ ਭਵਨ ਵਿਚਿਤਰਾ। ਸੁੰਦਰ ਘਰ ਦੇ ਅੰਦਰ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਬੈਠ ਕਰਕੇ ਸ਼ੋਭਾ ਪਾ ਰਹੇ ਹਨ। ਲਿਓ ਬੁਲਾਏ ਪ੍ਰਬੋਧਾ ਹਰਦਿਆਲਾ। ਤੇ ਬਾਬਾ ਕਲਿਆਣ ਚੰਦ ਜੀ ਨੂੰ ਕਹਿ ਕਰਕੇ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਉਸ ਸਮੇਂ ਪੁਰੋਹਿਤ ਹਰਦਿਆਲ ਜੀ ਨੂੰ ਬੁਲਾਉਣਾ ਕੀਤਾ ਹੈ। ਸ੍ਰੀ ਮੁਖ ਬੋਲੇ ਗਿਰਾ ਰਸਾਲਾ। ਸਤਿਗੁਰੂ ਗਰੀਬ ਨਵਾਜ ਪੁਰੋਹਿਤ ਹਰਦਿਆਲ ਨੂੰ ਬੁਲਾ ਕਰਕੇ ਆਪਣੇ ਮੁਖਾਰ ਬਿੰਦ ਤੋਂ ਸੁੰਦਰ ਅੰਮ੍ਰਿਤ ਵਰਗੀ ਬਾਣੀ ਬੋਲੇ ਹਨ। ਜਾਚਹੁ ਜੋ ਮਨ ਮਹਿ ਹੋਏ ਅਲਾਸ। ਤੇ ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ ਪੁਰੋਹਿਤ ਹਰਦਿਆਲ ਜੀ ਨੂੰ, ਹੇ ਪੁਰੋਹਿਤ ਜੀ, ਆਪ ਜੀਆਂ ਦੇ ਹਿਰਦੇ ਵਿੱਚ ਜੋ ਵੀ ਇੱਛਾ ਹੋਵੇ, ਆਪ ਜੀਆਂ ਦੇ ਮਨ ਦੇ ਵਿੱਚ ਜੋ ਵੀ ਇੱਛਾ ਹੋਵੇ, ਆਪ ਜੀ ਸਾਡੇ ਪਾਸੋਂ ਉਹ ਪਦਾਰਥ, ਉਹ ਵਸਤੂਆਂ ਮੰਗ ਲੈਣਾ ਕਰੋ। ਲੇਹੋ ਅਵਹਿ ਸੋ ਕਰਹੁ ਨਾ ਆਲਸ। ਤੇ ਕਹਿਣ ਲੱਗੇ ਆਪਣੇ ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸੰਗ ਨਾ ਕਰਨਾ ਕਰੋ। ਜਿਸ ਵਸਤੂ ਦੀ ਲੋੜ ਹੈ, ਜਿਸ ਪਦਾਰਥ ਦੀ ਲੋੜ ਹੈ, ਉਹ ਸਾਡੇ ਪਾਸੋਂ ਲੈ ਲੈਣਾ ਕਰੋ। ਬੋਲਿਓ ਦਿਜ ਹਰਦਿਆਲ ਪ੍ਰਬੀਨਾ। ਤੇ ਫਿਰ ਜੋ ਸਿਆਣੇ ਪੁਰੋਹਿਤ ਹਰਦਿਆਲ ਜੀ ਹਨ, ਆਪਣੇ ਮੁਖਾਰਬਿੰਦ ਤੋਂ ਬੋਲੇ ਹਨ। ਆਦ ਰੂਪ ਤੁਮ ਦਾਨੀ ਦੀਨਾ। ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਵਡਿਆਈ ਕਰਦੇ ਹਨ। ਕਹਿਣ ਲੱਗੇ, ਹੇ ਸਤਿਗੁਰੂ ਜੀ, ਆਪ ਜੀ ਆਦ ਰੂਪ ਮੁੱਢ ਸਰੂਪ ਹੋ, ਤੇ ਆਪ ਜੀ ਭਗਤਾਂ ਨੂੰ, ਗਰੀਬਾਂ ਨੂੰ ਦਾਨ ਦੇਣ ਵਾਲੇ ਹੋ। ਰਾਵਰ ਜਿਤੇ ਲਖਾਵਨ ਕੀਨੇ। ਆਪ ਜੀਆਂ ਨੇ ਜਿੰਨੀ ਕੁ ਮੈਨੂੰ ਸੋਝੀ ਦੇਣਾ ਕੀਤੀ ਹੈ, ਜਿੰਨੀ ਕੁ ਮੈਨੂੰ ਆਪਣੀ ਮਹਿਮਾ ਜਨਾਉਣਾ ਕੀਤੀ ਹੈ, ਤੇਤੇ ਮਹਿਮਾ ਮੈਂ ਲਖ ਲੀਨੇ। ਆਪ ਜੀਆਂ ਦੀ ਉਤਨੀ ਵਡਿਆਈ ਮੈਂ ਆਪ ਜੀਆਂ ਦੀ ਕਿਰਪਾ ਦੇ ਨਾਲ ਜਾਣ ਲਈ ਹੈ। ਅਪਰ ਨਰਨ ਸੀਮਤ ਮੁਰ ਨਾਹੀ। ਕਹਿਣ ਲੱਗੇ ਸਤਿਗੁਰੂ ਜੀ, ਹੋਰਾਂ ਮਨੁੱਖਾਂ ਦੇ ਵਾਂਗ ਮੇਰੀ ਬੁੱਧੀ ਨਹੀਂ ਹੈ। ਤਰਹਿ ਜੇ ਭਾਵਨ ਨਰ ਤਬ ਮਾਹੇ। ਆਪ ਜੀਆਂ ਦੇ ਵਿੱਚ ਜਿਹੜੇ ਮਨੁੱਖ ਭਾਵਨਾ ਧਰਦੇ ਨੇ, ਜਾਂ ਇਸ ਤਰ੍ਹਾਂ ਵੀ ਪਾਠ ਅੰਤਰ ਆਉਂਦਾ ਹੈ ਕਿ ਧਰਹਿ ਜੇ ਭਾਵਨ ਨਰ ਤੁਮ ਨਾਹੀ। ਜਿਹੜੇ ਮਨੁੱਖ ਆਪ ਜੀਆਂ ਦੇ ਅੰਦਰ ਭਾਵਨਾ ਨਹੀਂ ਧਰਦੇ, ਸ਼ਰਧਾ ਨਹੀਂ ਰੱਖਦੇ, ਕਲਾ ਨੂੰ ਨਹੀਂ ਜਾਣਦੇ ਹਨ, ਉਹਨਾਂ ਦੇ ਸਮਾਨ ਮੇਰੀ ਬੁੱਧੀ ਨਹੀਂ ਹੈ। ਕਾਰਨ ਕਾਰਜ ਕੋ ਆਧਾਰਾ। ਮੈਂ ਤਾਂ ਇਸ ਤਰ੍ਹਾਂ ਸਮਝਦਾ ਹਾਂ, ਆਪ ਜੀ ਸਾਰੇ ਕਾਰਣਾਂ ਨੂੰ ਕਰਨ ਵਾਲੇ ਹੋ, ਸਾਰੇ ਕਾਰਜਾਂ ਦੇ ਕੰਮਾਂ ਦੇ ਆਧਾਰ ਸਰੂਪ ਹੋ। ਸਭ ਕੋ ਕਰਤਾ ਜਿਤੋ ਪਸਾਰਾ। ਜਿੰਨਾ ਵੀ ਸੰਸਾਰ ਦਾ ਪਸਾਰਾ ਹੈ, ਸੰਸਾਰ ਦਾ ਫੈਲਾਓ ਹੈ,
ਆਪ ਜੀ ਸਾਰਿਆਂ ਦੇ ਕਰਤੇ ਰੂਪ ਹੋ। ਪਰਮੇਸ਼ਰ ਪਾਰ ਬ੍ਰਹਮ ਪੁਰਾਤਨ, ਫਿਰ ਆਪ ਜੀ ਪਰਮੇਸ਼ਰ ਸਰੂਪ ਹੋ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋ, ਬ੍ਰਹਮ ਸਰੂਪ ਹੋ, ਪੁਰਾਤਨ ਸਾਰਿਆਂ ਤੋਂ ਪੁਰਾਤਨ ਸਰੂਪ ਹੋ, ਆਦ ਸਰੂਪ ਹੋ, ਮੁੱਢ ਸਰੂਪ ਹੋ। ਪਰਮ ਭਰਾਵਰ ਨਾਥ ਸਨਾਤਨ, ਆਪ ਜੀ ਸਾਰਿਆਂ ਤੋਂ ਸਿਆਣੇ ਹੋ, ਸਾਰਿਆਂ ਤੋਂ ਉੱਤਮ ਹੋ, ਸਾਰਿਆਂ ਤੋਂ ਪੁਰਾਤਨ ਹੋ। ਇਹ ਸੱਚ ਦਾ ਆਨੰਦ ਮੁਕੰਦਾ, ਤੇ ਆਪ ਜੀ ਸੱਚ ਦਾ ਆਨੰਦ, ਸੱਚ ਦੇ ਆਨੰਦ ਦੇ ਤੇ ਮੁਕਤੀ ਦੇ ਦਾਤੇ ਹੋ। ਤਬ ਲੀਲਾ ਭਗਤਨ ਸੁਖ ਕੰਦਾ, ਤੇ ਆਪ ਜੀਆਂ ਦੀ ਜੋ ਲੀਲਾ ਹੈ, ਜੋ ਆਪ ਜੀਆਂ ਦੇ ਕੌਤਕ ਹਨ, ਉਹ ਵੀ ਭਗਤਾਂ ਨੂੰ ਸੁਖ ਕੰਦਾ, ਸੁਖ ਦੇਣ ਵਾਲੇ ਹਨ। ਜਗ ਪਵਿੱਤ ਜਬ ਹੈ ਤੁਮ ਦੀਨਾ, ਤੇ ਸਤਿਗੁਰੂ ਗਰੀਬ ਨਵਾਜ ਜੀਆਂ ਨੂੰ ਕਹਿਣ ਲੱਗੇ, ਹੇ ਸਤਿਗੁਰੂ ਜੀ, ਹੇ ਸ੍ਰੀ ਗੁਰੂ ਨਾਨਕ ਦੇਵ ਜੀ, ਜਦੋਂ ਤੋਂ ਤੁਸੀਂ ਮੈਨੂੰ ਜੀਵ ਦਾ ਜਨੇਊ ਪਾਉਣਾ ਕੀਤਾ ਹੈ, ਅਸਲ ਜਨੇਊ ਪਾਉਣਾ ਕੀਤਾ ਹੈ, ਤਬ ਕੋ ਮਮ ਮਨ ਅਸਥਿਰ ਕੀਨਾ, ਉਦੋਂ ਤੋਂ ਤੁਸੀਂ ਮੇਰਾ ਮਨ ਸਥਿਰ ਕਰ ਦਿੱਤਾ ਹੈ, ਟਿਕਾ ਦੇ ਵਿੱਚ ਲਿਆ ਦਿੱਤਾ ਹੈ। ਉਦੋਂ ਦਾ ਮੇਰਾ ਮਨ ਜੋ ਹੈ ਇੱਕ ਥਾਂ ਤੇ ਟਿਕਿਆ ਹੋਇਆ ਹੈ। ਸਰਬ ਲਾਲਸਾ ਭੀ ਔਰ ਪੂਰੇ, ਮੇਰੇ ਹਿਰਦੇ ਦੀਆਂ ਸਾਰੀਆਂ ਇੱਛਾਵਾਂ ਹੁਣ ਪੂਰਨ ਹੋ ਗਈਆਂ ਹਨ। ਦੇਖੀ ਮੈਂ ਲੀਲਾ ਤੁਮ ਰੂਰੇ, ਤੇ ਕਹਿਣ ਲੱਗਿਆ, ਸਤਿਗੁਰੂ ਜੀ, ਮੈਂ ਆਪ ਜੀਆਂ ਦੀ ਸੁੰਦਰ ਲੀਲਾ ਨੂੰ ਵੇਖਣਾ ਕੀਤਾ ਹੈ, ਸੁੰਦਰ ਕੌਤਕਾਂ ਨੂੰ ਦੇਖਿਆ ਹੈ। ਬਿਰਧ ਵੈਸ ਬਪ ਭਾ ਭਲਹੀਨਾ, ਤੇ ਕਹਿਣ ਲੱਗਿਆ, ਸਤਿਗੁਰੂ ਗਰੀਬ ਨਵਾਜ, ਹੁਣ ਮੇਰੀ ਬਜ਼ੁਰਗ ਉਮਰ ਹੋ ਚੁੱਕੀ ਹੈ ਤੇ ਸਰੀਰ ਕਮਜ਼ੋਰ ਹੋ ਚੁੱਕਿਆ ਹੈ, ਬਲ ਤੋਂ ਹੀਣ ਹੋ ਚੁੱਕਿਆ ਹੈ। ਅਵ ਦੀਜੈ ਲੀਲਾ ਅਵ ਦੀਜੈ ਮੁਝ ਮੋਖ ਪ੍ਰਵੀਨਾ, ਤੇ ਕਿਰਪਾ ਕਰਕੇ हे ਅੰਤਰਜਾਮੀ ਸਤਿਗੁਰੂ, ਹੁਣ ਕਿਰਪਾ ਕਰਕੇ ਮੇਰੇ ਤੇ ਮੈਨੂੰ ਮੋਕਸ਼ ਦੀ ਪ੍ਰਾਪਤੀ ਕਰਾਉਣਾ ਕਰੋ, ਮੈਨੂੰ ਮੋਕਸ਼ ਦੀ ਮੁਕਤੀ ਦੀ ਦਾਤ ਬਖਸ਼ ਦੇਣਾ ਕਰੋ। ਭਗਤ ਮਿਲੀ ਬਾਣੀ ਸੁਨ ਕਾਨਾ, ਤੇ ਇਸ ਤਰ੍ਹਾਂ ਭਗਤੀ ਦੇ ਵਿੱਚ ਮਿਲੀ ਹੋਈ ਬਾਣੀ ਨੂੰ ਆਪਣੇ ਕੰਨਾਂ ਦੇ ਵਿੱਚ ਸੁਣ ਕਰਕੇ ਹਸ ਬੋਲੇ ਸ੍ਰੀ ਕਿਰਪਾ ਨਿਧਾਨਾ, ਸ਼੍ਰੀ ਸ਼੍ਰੋਮਣੀ ਕਿਰਪਾ ਦੇ ਖਜ਼ਾਨੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਹੱਸ ਕਰਕੇ ਬੋਲੇ ਹਨ। ਤਨ ਬਿਪਰ ਬਰ ਬੁੱਧ ਤੁਮਾਰੇ, ਤੇ ਕਹਿਣ ਲੱਗੇ, ਹੇ ਬਿਪਰ, ਹੇ ਬ੍ਰਾਹਮਣ ਪੁਰੋਹਿਤ ਹਰਦਿਆਲ ਜੀ, ਆਪ ਜੀ ਧੰਨ ਹੋ, ਤੇ ਆਪ ਜੀਆਂ ਦੀ ਬੁੱਧੀ ਬੜੀ ਸ੍ਰੇਸ਼ਟ ਹੈ। ਤਨ ਹਉਮੈ ਕੀ ਸੁਰਤ ਵਿਸਾਰੇ, ਆਪ ਜੀਆਂ ਨੇ ਆਪਣੀ ਸਰੀਰ ਦੀ ਹਉਮੈ ਦੀ ਸੁਰਤ ਨੂੰ ਭੁਲਾ ਦਿੱਤਾ ਹੈ। ਕਿੰਚਤ ਰਹੇਗੀ ਵੈਸ ਸਰੀਰਾ, ਤੇ ਕਹਿਣ ਲੱਗੇ, ਹੇ ਪੁਰੋਹਿਤ ਜੀ, ਹੁਣ ਆਪ ਜੀਆਂ ਦੀ ਕੁਝ ਕੁ ਉਮਰ ਜੋ ਹੈ ਬਾਕੀ ਰਹਿ ਗਈ ਹੈ। ਧੁਨ ਅਪਵਰਗ ਪਾਏ ਮਤ ਧੀਰਾ, ਤੇ ਫਿਰ ਆਪ ਜੀ ਸੁਖਾਲੇ ਹੀ ਮੁਕਤੀ ਦੀ ਦਾਤ ਨੂੰ ਪ੍ਰਾਪਤ ਕਰ ਲਵੋਗੇ। ਜਿਉ ਸ੍ਰਿਕ ਗਜ ਤਜ ਹੀ ਬਿਨ ਸੋਕੂ, ਤੇ ਕਹਿਣ ਲੱਗੇ, ਜਿਵੇਂ ਕੋਈ ਹਾਥੀ ਹੁੰਦਾ ਹੈ, ਉਹ ਸੁਖਾਲੇ ਹੀ ਫੁੱਲਾਂ ਦੀ ਮਾਲਾ ਨੂੰ ਤੋੜ ਕੇ ਸੁੱਟ ਦਿੰਦਾ ਹੈ। ਤਿਉ ਤਨ ਤਜ ਗਮਨੈ ਹਰ ਲੋਕੂ, ਹੇ ਪੁਰੋਹਿਤ ਹਰਦਿਆਲ ਜੀ, ਉਵੇਂ ਹੀ ਹਾਥੀ ਦੀ ਨਿਆਈ ਆਪ ਜੀ ਸੁਖਾਲੇ ਹੀ ਇਸ ਮਨੁੱਖਾ ਸਰੀਰ ਨੂੰ ਸੁੱਟ ਕਰਕੇ, ਤਿਆਗ ਕਰਕੇ ਹਰੀ ਪਰਮਾਤਮਾ ਦੇ ਲੋਕ ਦੇ ਵਿੱਚ ਚਲੇ ਜਾਵੋਗੇ, ਕੋਈ ਦੁੱਖ ਨਹੀਂ ਹੋਵੇਗਾ। ਅਸ ਕਹਿ ਦੀਨੋ ਦਰਬ ਕਨੇਰਾ, ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁਰੋਹਿਤ ਹਰਦਿਆਲ ਜੀ ਨੂੰ ਬਹੁਤ ਸਾਰਾ ਧਨ ਦਿੱਤਾ ਹੈ। ਤਹ ਪਰ ਕਿਰਪਾ ਦ੍ਰਿਸ਼ਟ ਹਵੈ ਹੇਰਾ, ਤੇ ਉਸ ਦੇ ਉੱਪਰ ਕਿਰਪਾ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਗਰੀਬ ਨਵਾਜ ਨੇ ਦੇਖਣਾ ਕੀਤਾ ਹੈ। ਭਇਓ ਗਿਆਨ ਨਿਜ ਰੂਪ ਪਛਾਨਾ, ਤੇ ਪੁਰੋਹਿਤ ਹਰਦਿਆਲ ਜੀ ਨੂੰ ਫਿਰ ਗਿਆਨ ਹੋ ਗਿਆ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਆਪਣੇ ਨਿਜ ਸਰੂਪ ਨੂੰ, ਆਤਮ ਸਰੂਪ ਨੂੰ ਪੁਰੋਹਿਤ ਹਰਦਿਆਲ ਜੀ ਨੇ ਜਾਣ ਲਿਆ ਹੈ। ਜੀਵ ਭਾਵ ਸਭੇ ਵਿਸਰਾਨਾ, ਜਿਹੜਾ ਜੀਵਤ ਭਾਵ ਸੀ, ਸਰੀਰ ਦਾ ਭਾਵ ਸੀ, ਸੰਸਾਰਿਕ ਭਾਵ ਸਾਰਾ ਭੁਲਾ ਦਿੱਤਾ ਹੈ। ਗਇਓ ਸਦਨ ਸੁਖ ਪਾਏ ਅਮੋਲਾ, ਆਪਣੇ ਘਰ ਦੇ ਵਿੱਚ ਗਿਆ ਹੈ ਤੇ ਬੜਾ ਅਤੁੱਲ ਸੁਖ ਪਾਉਣਾ ਕੀਤਾ ਹੈ। ਨਿਜ ਮਨ ਨਿਸ਼ਚਾ ਉਠੋ ਹੋਤੋ ਅਡੋਲਾ, ਤੇ ਜਿਹੜਾ ਉਸ ਦੇ ਹਿਰਦੇ ਵਿੱਚ ਨਿਸ਼ਚਾ ਸੀ ਸਤਿਗੁਰੂ ਗਰੀਬ ਨਵਾਜ ਜੀਆਂ ਤੇ ਬਚਨਾਂ ਤੇ ਅਡੋਲ ਰਹਿਣਾ ਕੀਤਾ ਹੈ। ਬਹਰੋ ਪਾਦਾ ਬੈਦ ਮੁਲਾਨਾ, ਤੇ ਫਿਰ ਜੋ ਸਤਿਗੁਰੂ ਗਰੀਬ ਨਵਾਜ ਜੀਆਂ ਨੂੰ ਪੜਾਉਣ ਵਾਲੇ ਗੋਪਾਲ ਪਾਂਧਾ ਜੀ, ਫਿਰ ਵੈਦ ਜੀ, ਫਿਰ ਮੁਲਾਣਾ ਜੀ, ਇਹ ਜੋ ਤਿੰਨੇ ਹਨ ਚੱਲ ਕਰਕੇ ਆਏ ਹਨ। ਚੱਲ ਆਏ ਜਹਤੇ ਗਤ ਦਾਨਾ, ਜਿੱਥੇ ਮੁਕਤੀ ਦੇ ਦਾਤੇ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ,
ਇਹ ਤਿੰਨੋਂ ਉੱਥੇ ਚੱਲ ਕਰਕੇ ਆਏ ਹਨ। ਮਿਲਨ ਹੇਤ ਮਨ ਸੰਗ ਉਮੰਗਾ। ਹਿਰਦੇ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਸਤਿਗੁਰੂ ਜੀ ਨੂੰ ਮਿਲਣ ਵਾਸਤੇ, ਜਿਨ ਕੋ ਚੜਿਓ ਰੰਗ ਸਤ ਸੰਗਾ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਸਤਸੰਗਤ ਦਾ ਰੰਗ ਚੜ੍ਹਿਆ ਹੋਇਆ ਹੈ, ਜਿਹੜੇ ਸਤਸੰਗਤ ਦੇ ਵਿੱਚ ਰਹਿਣਾ ਕਰਦੇ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋਈ ਹੈ। ਜਬ ਹੈ ਬਲੋਕਿਓ ਕਾਲੂ ਨੰਦਨ। ਜਦੋਂ ਉਹਨਾਂ ਨੇ ਬਾਬਾ ਕਲਿਆਣ ਚੰਦ ਜੀ ਦੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖਣਾ ਕੀਤਾ ਹੈ, ਧਾਏ ਘਰੀ ਜੁਗ ਪਦ ਪਰ ਬੰਦਨ। ਤਿੰਨਾਂ ਨੇ ਭੱਜ ਕਰਕੇ ਛੇਤੀ ਦੇ ਨਾਲ ਦੌੜ ਕਰਕੇ ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਦੋਵੇਂ ਚਰਨਾਂ ਤੇ ਨਮਸਕਾਰ ਕੀਤੀ ਹੈ। ਏਰ ਸਰੂਪ ਅਨੂਪ ਅਜੋਨਾ। ਤੇ ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਜੀਆਂ ਦਾ ਬੇਮਿਸਾਲ ਉਪਮਾ ਤੋਂ ਰਹਿਤ ਸੁੰਦਰ ਸਰੂਪ, ਅਜੂਨਾ ਜੂਨੀਆਂ ਤੋਂ ਰਹਿਤ ਸਰੂਪ ਦੇਖ ਕਰਕੇ ਬੋਲ ਨ ਆਵ ਭਏ ਮੁਖ ਮੌਨਾ। ਤਿੰਨਾਂ ਦੀ ਬਾਣੀ ਗਦਗਦ ਹੋ ਗਈ ਹੈ। ਤਿੰਨਾਂ ਦੇ ਮੁਖ ਦੇ ਵਿੱਚੋਂ ਕੋਈ ਬੋਲ ਨਹੀਂ ਆ ਰਿਹਾ ਹੈ ਤੇ ਮੁਖ ਦੇ ਉੱਪਰ ਚੁੱਪ ਛਾ ਗਈ ਹੈ। ਕਬਲ ਨੈਣ ਸਨਮਾਨ ਵਸਾਏ। ਸਤਿਗੁਰੂ ਗਰੀਬ ਨਿਵਾਜ ਜੀਆਂ ਨੇ ਤਿੰਨਾਂ ਦਾ ਬੜਾ ਆਦਰ ਸਤਿਕਾਰ ਕੀਤਾ ਹੈ ਤੇ ਬੜੇ ਸਨਮਾਨ ਦੇ ਨਾਲ ਤਿੰਨਾਂ ਨੂੰ ਬਿਠਾਉਣਾ ਕੀਤਾ ਹੈ। ਕੁਸਲ ਬੁਝਨੈ ਬੈਣ ਸੁਨਾਏ। ਤੇ ਫਿਰ ਸਤਿਗੁਰੂ ਗਰੀਬ ਨਿਵਾਜ ਜੀਆਂ ਨੇ ਸੁਖ ਸਾਂਦ ਪੁੱਛਣ ਵਾਸਤੇ ਪ੍ਰਸ਼ਨ ਕੀਤੇ ਹਨ। ਧਰ ਧੀਰਜ ਬੋਲੇ ਮੁਖ ਬਾਣੀ। ਫਿਰ ਤਿੰਨੋਂ ਹੀ ਸਤਿਗੁਰੂ ਗਰੀਬ ਨਿਵਾਜ ਜੀਆਂ ਦਾ ਉੱਤਰ ਦੇਣ ਵਾਸਤੇ ਧੀਰਜ ਧਾਰਨ ਕਰਕੇ ਬੋਲੇ ਹਨ। ਪਦ ਰਚਨਾ ਸੁਠ ਉਸਤਤ ਠਾਨੀ। ਜਿਨ੍ਹਾਂ ਨੇ ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਸੁੰਦਰ ਚਰਨ ਕਮਲਾਂ ਦੀ ਬੜੀ ਹੀ ਸੁੰਦਰ, ਬੜੀ ਸ੍ਰੇਸ਼ਟ ਵਡਿਆਈ ਕੀਤੀ ਹੈ। ਸਿੰਧ ਹੁਤਾਸਨ ਕਾਲ ਕਲੀ ਕੋ। ਤੇ ਕਹਿਣ ਲੱਗੇ ਕਿ ਜੋ ਇਹ ਸੰਸਾਰ ਹੈ, ਇੱਥੇ ਕਲਯੁਗ ਦਾ ਜੋ ਸਮਾਂ ਹੈ, ਇਹ ਅਗਨ ਦੇ ਅੱਗ ਦੇ ਸਾਗਰ ਦੀ ਨਿਆਈ ਹੈ। ਅਤ ਪ੍ਰਚੰਡ ਇਸ ਤਰਹਿ ਬਲੀ ਕੋ। ਤੇ ਇਹ ਜੋ ਅੱਗ ਦਾ ਸਾਗਰ ਹੈ ਬੜਾ ਪ੍ਰਚੰਡ ਹੈ, ਬੜੇ ਤੇਜ ਵਾਲਾ ਹੈ ਤੇ ਕੋਈ ਬਲਸ਼ਾਲੀ ਬਲਵਾਨ ਹੀ ਇਸ ਨੂੰ ਤਰ ਸਕਦਾ ਹੈ। ਜਿਵੇਂ ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਪਾਵਨ ਬਚਨ ਹਨ, ਹੰਸ ਹੇਤ ਲੋਭ ਕੋਪ ਚਾਰੇ ਨਦੀਆ ਅੱਗ, ਪਵਹਿ ਦਜਹਿ ਨਾਨਕਾ ਤਰੀਐ ਕਰਮੀ ਲੱਗ। ਇਹ ਜੋ ਸੰਸਾਰ ਹੈ, ਇਸ ਦੇ ਅੰਦਰ ਚਾਰ ਅੱਗ ਰੂਪੀ ਨਦੀਆਂ ਪੈ ਰਹੀਆਂ ਨੇ। ਕਿਹੜੀਆਂ ਹਨ? ਹੰਸ ਹੇਤ ਲੋਭ ਕੋਪ, ਲਾਲਚ ਕਰਨਾ, ਕ੍ਰੋਧ ਹੈ, ਜਿਹੜਿਆ ਮੋਹ ਦੀ ਭਾਵਨਾ ਹੈ। ਇਸ ਤਰ੍ਹਾਂ ਪ੍ਰਕਾਰ ਚਾਰ ਪ੍ਰਕਾਰ ਦੀਆਂ ਅੱਗ ਰੂਪੀ ਨਦੀਆਂ ਇਸ ਸੰਸਾਰ ਸਾਗਰ ਦੇ ਅੰਦਰ ਪੈ ਰਹੀਆਂ ਹਨ। ਤੇ ਸਤਿਗੁਰੂ ਗਰੀਬ ਨਿਵਾਜ ਜੀਆਂ ਨੂੰ ਕਹਿਣ ਲੱਗੇ ਕਿ ਸਤਿਗੁਰੂ ਜੀ, ਕੋਈ ਬਲਸ਼ਾਲੀ ਹੀ ਇਸ ਅੱਗ ਦੇ ਸੰਸਾਰ ਸਾਗਰ ਨੂੰ ਤਰ ਸਕਦਾ ਹੈ। ਜੀਵ ਪਰੇ ਦਜ ਦਜ ਦੁਖ ਪਾਏ। ਤੇ ਇਸ ਦੇ ਵਿੱਚ ਜੀਵ ਪਏ ਸੜ ਸੜ ਕਰਕੇ ਦੁੱਖਾਂ ਨੂੰ ਪਾਉਂਦੇ ਹਨ। ਉਬਰ ਨਾ ਸਕੈ ਨਾ ਪਾਏ ਉਪਾਏ। ਤੇ ਨਾ ਇਸ ਤੋਂ ਬਚ ਸਕਦੇ ਨੇ ਤੇ ਨਾ ਇਸ ਤੋਂ ਬਚਣ ਦਾ ਉਹਨਾਂ ਨੂੰ ਕੋਈ ਉਪਾਅ ਲੱਭਦਾ ਹੈ, ਨਾ ਉਹਨਾਂ ਨੂੰ ਕੋਈ ਉਪਾਅ ਸੁਝਦਾ ਹੈ। ਬਾਂਧਨ ਹੇਤ ਸੇਤ ਤਹਿ ਭਾਰਾ। ਤੇ ਉਸ ਅੱਗ ਰੂਪੀ ਸੰਸਾਰ ਰੂਪੀ ਸਾਗਰ ਦੇ ਪੁੱਲ, ਸਾਗਰ ਦੇ ਉੱਪਰ ਪੁੱਲ ਬੰਨਣ ਵਾਸਤੇ ਕਿਰਪਾ ਧਾਰ ਲੀਨੋ ਅਵਤਾਰਾ। ਆਪ ਜੀਆਂ ਨੇ ਕਿਰਪਾ ਧਾਰਨ ਕਰਕੇ ਸੰਸਾਰ ਦੇ ਉੱਪਰ, ਧਰਤੀ ਦੇ ਉੱਪਰ ਸਰੀਰ ਧਾਰਨ ਕੀਤਾ ਹੈ, ਅਵਤਾਰ ਧਾਰਨ ਕੀਤਾ ਹੈ। ਚਰਨ ਕਮਲ ਸੁਭ ਤੇ ਜੋ ਤੁਛੇ। ਤੇ ਸਤਿਗੁਰੂ ਗਰੀਬ ਨਿਵਾਜ ਜੀਆਂ ਨੂੰ ਕਹਿਣ ਲੱਗੇ ਹਨ ਕਿ ਇਹ ਸਤਿਗੁਰੂ ਗਰੀਬ ਨਿਵਾਜ, ਜਿਹੜੇ ਜੀਵ ਸ਼ੁਭ ਕਰਮਾਂ ਤੋਂ ਤੁੱਛ ਹਨ, ਸ਼ੁਭ ਕਰਮਾਂ ਤੋਂ ਹੀਣੇ ਨੇ, ਜਾਂ ਜਿਨ੍ਹਾਂ ਦੇ ਸ਼ੁਭ ਕਰਮਾਂ ਤੋਂ ਸ਼ੁਭ ਕਰਮਾਂ ਰੂਪੀ ਪੈਰ ਨਹੀਂ ਹਨ, ਜਿਹੜੇ ਸ਼ੁਭ ਕਰਮਾਂ ਰੂਪੀ ਪੈਰਾਂ ਤੋਂ ਹੀਣੇ ਹਨ, ਪਿੰਗਲੇ ਹਨ। ਲੋਚਨ ਤੁਮਤ ਹੈ ਲੋਚਨ ਸੁਮਤ ਹੈ ਤੇ ਉਰ ਛੂਛੇ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਚੰਗੀ ਬੁੱਧੀ ਨਹੀਂ ਹੈ, ਜਿਨ੍ਹਾਂ ਦੀ ਚੰਗੀ ਬੁੱਧੀ ਰੂਪੀ ਗਿਆਨ ਰੂਪੀ ਨੇਤਰ ਨਹੀਂ ਹਨ, ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹਨ, ਸਖਣੇ ਹਨ। ਸਮਦਮ ਜਿਨਕੇ ਕਰ ਨਾ ਸਿੰਗਾਰੇ। ਤੇ ਜਿਨ੍ਹਾਂ ਦੇ ਸਮਦਮ ਆਦਿਕ, ਸਮਦਮ ਰੱਖਣ ਆਦਿਕ ਜਿਨ੍ਹਾਂ ਦੇ ਹੱਥ ਨਹੀਂ ਹਨ, ਹੱਥਾਂ ਤੋਂ ਟੁੰਡੇ ਹਨ। ਸੋ ਜਹ ਪਰ ਤਰ ਜਹੇ ਸੁਖਾਰੇ। ਉਹ ਜਿਸ ਨਾਮ ਰੂਪੀ ਪੁੱਲ ਦੇ ਉੱਪਰ ਸੁਖਾਲੇ ਹੀ ਚੜ੍ਹ ਕਰਕੇ, ਨਾਮ ਰੂਪੀ ਜਹਾਜ਼ ਦੇ ਉੱਪਰ ਚੜ੍ਹ ਕਰਕੇ, ਪੁੱਲ ਦੇ ਉੱਪਰ ਚੜ੍ਹ ਕਰਕੇ ਤੇ ਇਸ ਭਵਜਲ ਸਾਗਰ ਨੂੰ, ਸੰਸਾਰ ਸਾਗਰ ਨੂੰ ਤਰ ਸਕਣ, ਐਸਾ ਆਪ ਦੀ ਭਵਜਲ ਸੰਸਾਰ ਦੇ ਉੱਪਰ, ਭਵਜਲ ਸਾਗਰ ਦੇ ਉੱਪਰ ਨਾਮ ਰੂਪੀ ਪੁੱਲ ਬੰਨਣ ਵਾਸਤੇ ਆਪ ਜੀਆਂ ਨੇ ਸਰੀਰ ਤੇ
ਇਸ ਸੰਸਾਰ ਤੇ ਇਸ ਧਰਤੀ ਤੇ ਇਹ ਪੰਜ ਭੌਤਿਕ ਸਰੀਰ ਧਾਰਨ ਕਰਕੇ ਅਵਤਾਰ ਧਾਰਨ ਕੀਤਾ ਹੈ। ਮਨ ਅਨੁਮਾਨ ਕਰਤ ਸਦ ਤੇ ਹਮਹਿ। ਕਹਿਣ ਲੱਗੇ, ਹੈ ਸਤਿਗੁਰੂ ਗਰੀਬ ਨਵਾਜ, ਅਸੀਂ ਤਾਂ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਅਨੁਮਾਨ ਲਾਉਂਦੇ ਹਾਂ, ਅੰਦਾਜ਼ਾ ਲਾਉਂਦੇ ਹਾਂ। ਜਗਤ ਪ੍ਰਕਾਸ਼ ਕਰਹੁ ਕਬ ਤੁਮਹਿ। ਕਦੋਂ ਆਪ ਜੀ ਸੰਸਾਰ ਦੇ ਉੱਪਰ ਆਪਣੀਆਂ ਸ਼ਕਤੀਆਂ ਦਾ, ਆਪਣੀ ਕਲਾ ਦਾ ਪ੍ਰਕਾਸ਼ ਕਰੋਗੇ, ਆਪਣੇ ਨਾਮ ਦਾ, ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਕਰਨਾ ਕਰੋਗੇ। ਬਰਾਬਰ ਪੂਰਨ ਕਲਾ ਸੰਕੋਚੀ। ਆਪ ਜੀਆਂ ਨੇ ਆਪਣੀ ਪੂਰਨ ਕਲਾ ਨੂੰ ਸੰਕੋਚ ਕਰਕੇ, ਲੁਕਾ ਕਰਕੇ ਰੱਖਿਆ ਹੋਇਆ ਹੈ। ਲਖ ਹੈ ਕਿ ਜੀਵ ਜਿਨ ਹੈ ਮਤ ਪਹੁੰਚੇ। ਤੇ ਜਿਨ੍ਹਾਂ ਦੀ ਛੋਟੀ ਮੱਤ ਹੈ, ਨੀਵੀਂ ਮੱਤ ਹੈ, ਉਹ ਨੀਵੀਂ ਮੱਤ ਵਾਲੇ ਆਪ ਜੀਆਂ ਦੀ ਕਲਾ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਨ? ਭਾਵ ਨਹੀਂ ਜਾਣ ਸਕਦੇ ਹਨ। ਅਸ ਪ੍ਰਕਾਰ ਕਹਿ ਕਰ ਬਚ ਲੂਨੈ। ਇਸ ਤਰ੍ਹਾਂ ਸੁੰਦਰ ਬਚਨ ਕਹਿ ਕਰਕੇ ਪੀਅਤ ਰੂਪ ਜਨ ਲੋਚਨ ਡੂਨੈ। ਇਸ ਤਰ੍ਹਾਂ ਮਾਨੋ ਪ੍ਰਤੀਤ ਹੁੰਦਾ ਹੈ ਕਿ ਉਹ ਤਿੰਨੇ ਹੀ ਗੋਪਾਲ ਪਾਂਧਾ ਜੀ, ਵੈਦ ਜੀ ਤੇ ਮੁਲਾਣਾ ਜੀ, ਤਿੰਨੇ ਹੀ ਆਪਣੇ ਅੱਖਾਂ ਰੂਪੀ ਡੋਨਿਆਂ ਦੇ ਨਾਲ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਰੂਪੀ ਜਲ ਨੂੰ ਛਕ ਰਹੇ ਹੋਵਣ। ਮਿਲੇ ਭਾਉ ਧਰ ਸਦਨ ਸਦਾਏ। ਤੇ ਬੜਾ ਪ੍ਰੇਮ ਧਾਰਨ ਕਰਕੇ ਸਤਿਗੁਰੂ ਗਰੀਬ ਨਵਾਜ ਨੂੰ ਮਿਲੇ ਹਨ ਤੇ ਮਿਲ ਕਰਕੇ ਫਿਰ ਆਪਣੇ ਘਰਾਂ ਨੂੰ ਚਲੇ ਗਏ ਹਨ। ਜਿਨ ਮਨ ਭਗਤ ਵਿਖੈ ਸੁਖ ਪਾਏ। ਜਿਨ੍ਹਾਂ ਦਾ ਮਨ ਭਗਤੀ ਦੇ ਵਿੱਚ ਲੀਨ ਹੈ ਤੇ ਭਗਤੀ ਦੇ ਵਿੱਚ ਲੀਨ ਹੋਣ ਕਰਕੇ ਸੁੱਖਾਂ ਨੂੰ ਪਾਉਂਦੇ ਹਨ। ਮਿਲੇ ਆਨ ਪੁਨ ਬਾਲ ਸਖਾਈ। ਤੇ ਫਿਰ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਜਿਹੜੇ ਬਚਪਨ ਦੇ ਮਿੱਤਰ ਨੇ, ਬਾਲ ਮਿੱਤਰ ਹਨ, ਆ ਕਰਕੇ ਮਿਲੇ ਹਨ। ਕਹਿਤ ਪਰਸ ਪਰ ਅਦਕ ਵਡਾਈ। ਉਹਨਾਂ ਨੇ ਵੀ ਸਤਿਗੁਰੂ ਗਰੀਬ ਨਵਾਜ ਜੀਆਂ ਦੀ ਬੜੀ ਵਡਿਆਈ ਕੀਤੀ ਹੈ, ਬੜਾ ਜਸ ਉਚਾਰਨ ਕੀਤਾ ਹੈ। ਪਰਮ ਪ੍ਰੇਮ ਮੈਂ ਮੋਦ ਨਾ ਥੋਰਾ। ਤੇ ਬੜੇ ਪ੍ਰੇਮ ਦੇ ਸਹਿਤ ਆ ਕਰਕੇ ਮਿਲੇ ਨੇ। ਕਿਸੇ ਦੇ ਹਿਰਦੇ ਵਿੱਚ ਵੀ ਕੋਈ ਥੋੜਾ ਪ੍ਰੇਮ ਨਹੀਂ, ਬਹੁਤ ਜ਼ਿਆਦਾ ਪ੍ਰੇਮ ਹੈ। ਇਕ ਟਕ ਦੇਖ ਰਹੇ ਮੁਖ ਔਰਾ। ਤੇ ਇੱਕ ਟੱਕ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਸੁੰਦਰ ਮੁਖੜੇ ਵੱਲ ਹੀ ਦੇਖ ਰਹੇ ਨੇ, ਇੱਕ ਰੱਤੀ ਮਾਤਰ ਵੀ ਇੱਧਰ ਉੱਧਰ ਨਹੀਂ ਦੇਖਦੇ ਹਨ। ਵੈ ਸਭ ਤਾਵ ਹੈ ਬਾਸੁਰ ਪਾਸ। ਤੇ ਸਾਰਾ ਦਿਨ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਪਾਸ ਹੀ ਬੈਠ ਕਰਕੇ ਬਤੀਤ ਕਰਦੇ ਹਨ, ਗੁਜ਼ਾਰਦੇ ਹਨ। ਨਿਤ ਪ੍ਰਤ ਉਰ ਹਵੈ ਨਯੋ ਹੁਲਾਸ। ਤੇ ਨਿਤਾ ਪ੍ਰਤੀ ਜਦੋਂ ਸਤਿਗੁਰੂ ਜੀ ਦੇ ਪਾਸ ਆਉਂਦੇ ਨੇ, ਹਿਰਦੇ ਦੇ ਵਿੱਚ ਨਵੀਂ ਪ੍ਰੀਤੀ ਹੁੰਦੀ, ਨਵੀਂ ਸ਼ਰਧਾ ਹੁੰਦੀ ਹੈ, ਨਵੀਂ ਖੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਬਾਲ ਮਿੱਤਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਾ ਕਰਕੇ ਮਿਲਣਾ ਕਰੀਏ। ਜਾਵਿਦ ਲੀਲਾ ਸ੍ਰੀ ਜਗਨਨਾਥਾ। ਸਤਿਗੁਰੂ ਗਰੀਬ ਨਵਾਜ ਇਸ ਤਰ੍ਹਾਂ ਤਲਵੰਡੀ ਦੇ ਵਿੱਚ ਲੀਲਾ ਕਰ ਰਹੇ ਨੇ, ਕੌਤਕ ਕਰ ਰਹੇ ਹਨ। ਏਨੇ ਤਲਵੰਡੀ ਸੁਖ ਸਾਥਾ। ਕਬੀਰਾਜ ਭਾਈ ਸੰਤੋਖ ਸਿੰਘ ਜੀ ਅਧਿਆਇ ਦੀ ਸਮਾਪਤੀ ਕਰਦਿਆਂ ਉਚਾਰਨ ਕਰਦੇ ਨੇ ਕਿ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਇਸ ਤਰ੍ਹਾਂ ਤਲਵੰਡੀ ਦੇ ਵਿੱਚ ਲੀਲਾ ਕਰਨਾ ਕੀਤੀ ਹੈ, ਇਸ ਤਰ੍ਹਾਂ ਤਲਵੰਡੀ ਦੇ ਵਿੱਚ ਕੌਤਕ ਕਰਨਾ ਕੀਤੇ ਹਨ। ਹੁਣ ਅੱਗੇ 24ਵਾਂ ਅਧਿਆਇ ਆਰੰਭ ਕਰਨ ਤੋਂ ਪਹਿਲਾਂ ਗੁਰਬਾਣੀ ਦਾ ਮੰਗਲ ਉਚਾਰਨ ਕਰਦੇ ਹਨ। ਤੇ ਫਿਰ ਜਿਵੇਂ ਸਤਿਗੁਰੂ ਗਰੀਬ ਨਵਾਜ ਸੁਲਤਾਨਪੁਰ ਸਾਹਿਬ ਵਾਪਸ ਜਾਂਦੇ ਨੇ, ਉਸ ਦੀ ਕਥਾ ਵਿਚਾਰ ਨੂੰ ਲਿਖਣਾ ਕਰਦੇ ਹਨ। ਉਸ ਤੋਂ ਪਹਿਲਾਂ ਜੋ ਗੁਰਬਾਣੀ ਦਾ ਮੰਗਲ ਹੈ ਉਚਾਰਨ ਕਰਦੇ ਹਨ। ਪਵਿੱਤ ਸੁਦਾ ਕੀ ਤਰੰਗਨੀ ਸੀ ਰੋਗ ਪ੍ਰਭ ਭੰਗਨੀ। ਹੈ ਮਹਾ ਸਵੇ ਤਰੰਗਨੀ ਮਹਾਨ ਮਨ ਮਾਨੀ ਹੈ। ਕਬੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੁਦਾ ਕੀ ਤਰੰਗਨੀ ਸੀ ਰੋਗ ਭ੍ਰਮ ਭੰਗਨੀ ਹੈ। ਇਹ ਜੋ ਗੁਰਬਾਣੀ ਹੈ ਇਹ ਅੰਮ੍ਰਿਤ ਦੀ ਨਦੀ ਦੇ ਵਾਂਗ ਹੈ, ਜਿਹੜੀ ਰੋਗਾਂ ਨੂੰ, ਭਰਮ ਰੂਪੀ ਰੋਗਾਂ ਨੂੰ ਭੰਗਨੀ ਹੈ, ਨਾਸ਼ ਕਰਨ ਵਾਲੀ ਹੈ। ਮਹਾ ਸਵੇਤ ਰੰਗਨੀ, ਬੜੇ ਹੀ ਸ਼ਵੇਤ ਉਜਲ ਪ੍ਰਕਾਸ਼ ਵਾਲੀ, ਉਜਲ ਰੰਗ ਵਾਲੀ ਹੈ। ਤੇ ਮਹਾਨ ਮਨ ਮਾਨੀ ਹੈ, ਮਨ ਨੂੰ ਬੜੀ ਪਿਆਰੀ ਲੱਗਣ ਵਾਲੀ ਹੈ। ਕਿਦੋ ਜਹ ਹੰਸਨੀ ਸੀ ਮਾਨਸ ਬੰਤ ਸੁਣੀ ਹੈ। ਜਾਂ ਫਿਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕਿਦੋਂ ਇਹ ਹੰਸਨੀ, ਇਹ ਜੋ ਗੁਰਬਾਣੀ ਹੈ ਇਹ ਮਾਨ ਸਰੋਵਰ ਤੇ ਰਹਿਣ ਵਾਲੀ, ਮਾਨ ਸਰੋਵਰ ਨੂੰ ਸ਼ੋਭਾ ਦੇਣ ਵਾਲੀ ਹੰਸਨੀ ਦੇ ਵਾਂਗ ਹੈ। ਤੇ ਗੁਣੀਆਂ ਨੇ ਵੀ ਇਸ ਤਰ੍ਹਾਂ ਗੁਰਬਾਣੀ ਦੀ ਪ੍ਰਸ਼ੰਸਾ ਕਰਨਾ ਕੀਤੀ ਹੈ। ਗੁਨੀਨ ਪ੍ਰਸੰਨਨੇ ਸਰਬ ਜਗ ਜਾਨੀ ਹੈ। ਤੇ ਗੁਣੀਆਂ ਦੇ ਪ੍ਰਸ਼ੰਸਾ ਕਰਨ ਕਰਕੇ ਇਹ ਗੁਰਬਾਣੀ ਸਰਬ ਜਗ, ਸਾਰੇ ਸੰਸਾਰ ਤੇ ਜਾਣੀ ਜਾਣ ਵਾਲੀ ਹੈ, ਜਾਣੀ ਗਈ ਹੈ। ਕਿਦੋ ਚੰਦ ਚਾਂਦਨੀ ਸੀ ਮੋਹ ਮਾਗ ਮੰਦਨੀ ਹੈ। ਤੇ ਜਾਂ ਫਿਰ ਕਿਦੋਂ ਚੰਦ ਚਾਂਦਨੀ ਸੀ, ਚੰਦ ਦੀ ਚਾਂਦਨੀ ਦੇ ਵਾਂਗ ਮੋਹ ਕਾਮ ਮੰਦਨੀ ਹੈ।
ਜਿਵੇਂ ਚੰਦ ਦੀ ਚਾਂਦਨੀ ਹੁੰਦੀ ਹੈ, ਉਹ ਦਿਨ ਦੀ ਤਪਸ਼ ਨੂੰ ਘਟਾ ਦਿੰਦੀ ਹੈ, ਉਸੇ ਪ੍ਰਕਾਰ ਇਹ ਗੁਰਬਾਣੀ ਚੰਦ ਦੀ ਚਾਂਦਨੀ ਦੇ ਵਾਂਗ ਹੈ, ਜੋ ਮੋਹ ਰੂਪੀ ਤਪਸ਼ ਨੂੰ ਘਟਾਉਣ ਵਾਲੀ ਹੈ, ਘਟ ਕਰਨ ਵਾਲੀ ਹੈ। ਹਿਰਦੇ ਕੇ ਆਨੰਦ ਨੇ ਸਦੇਵ ਸੁਖਦਾਨੀ ਹੈ। ਤੇ ਹਿਰਦੇ ਨੂੰ ਆਨੰਦ ਦੇਣ ਵਾਲੀ, ਸਦਾ ਸੁਖ ਦੇਣ ਵਾਲੀ ਹੈ। ਪ੍ਰੇਮ ਪਟਰਾਨੀ ਸਿਆਨੀ ਗਿਆਨ ਕੀ ਜਨਨ ਜਾਣੀ। ਤੇ ਪ੍ਰੇਮ ਦੀ ਸੁਗੜ ਪਟਰਾਣੀ ਹੈ, ਗਿਆਨ ਕੀ ਜਨਨ ਜਾਨੀ। ਮਨੋ ਗਿਆਨ ਦੀ ਮਾਤਾ ਜਾਣੀ ਜਾਂਦੀ ਹੈ, ਗਿਆਨ ਨੂੰ ਪੈਦਾ ਕਰਨ ਵਾਲੀ ਗਿਆਨ ਦੀ ਮਾਤਾ ਹੈ। ਗੁਣੀ ਭਣੀ ਬਾਣੀ ਤਾਂ ਕੀ ਗੁਰੂ ਗੁਰਬਾਣੀ ਹੈ। ਤੇ ਸਤਿਗੁਰੂ ਗਰੀਬ ਨਵਾਜ ਜੀਆਂ ਦੀ ਗੁਰਬਾਣੀ ਜੋ ਹੈ, ਉਹ ਜਿਹੜੀ ਕੋਈ ਗੁਣੀਆਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਉਸ ਦੀ ਵੀ ਗੁਰੂ ਗੁਰਬਾਣੀ ਹੈ, ਉਹਨਾਂ ਦੀ ਵੀ ਗੁਰੂ ਇਹ ਗੁਰਬਾਣੀ ਸਤਿਗੁਰੂ ਗਰੀਬ ਨਵਾਜ ਜੀਆਂ ਦੀ ਗੁਰਬਾਣੀ ਹੈ। ਸ੍ਰੀ ਬਾਲਾ ਸੁੰਦਰ ਵਾਚ। ਅੱਗੇ ਹੁਣ ਅਧਿਆਇ ਆਰੰਭ ਕਰਦੇ ਹਨ। ਚੌਪਈ ਰਹਿਣ ਲੱਗੇ ਗਦਗਾ ਤਲਵੰਡੀ। ਇਸ ਤਰ੍ਹਾਂ ਮੁਕਤੀ ਦੇ ਦਾਤੇ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਦੇ ਵਿੱਚ ਰਹੇ ਹਨ। ਜਿਨ ਕੇ ਕੀਰਤ ਘਰ ਘਰ ਮੰਡੀ। ਜਿਨ੍ਹਾਂ ਦੀ ਕੀਰਤ ਵਡਿਆਈ ਘਰ ਘਰ ਦੇ ਵਿੱਚ ਫੈਲੀ ਹੋਈ ਹੈ। ਮਨਜ ਪਰਸਪਰ ਮਿਲੈ ਸਰਾਹ ਹੈ। ਤੇ ਮਨੁੱਖ ਪਰਸਪਰ ਆਪਸ ਦੇ ਵਿੱਚ ਮਿਲਦੇ ਨੇ, ਸਤਿਗੁਰੂ ਗਰੀਬ ਨਵਾਜ ਜੀਆਂ ਦੀ ਵਡਿਆਈ ਕਰਦੇ ਹਨ। ਮੂਹਰ ਮੂਹ ਸ੍ਰੀ ਗੁਣ ਅਵਗਾਵ ਹੈ। ਤੇ ਵਾਰ ਵਾਰ ਮੁੜ ਮੁੜ ਕਰਕੇ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਗੁਣਾਂ ਨੂੰ ਆਪਣੇ ਮੁਖਾਰ ਬਿੰਦ ਤੋਂ ਗਾਇਨ ਕਰਦੇ ਨੇ, ਸਤਿਗੁਰੂ ਗਰੀਬ ਨਵਾਜ ਜੀਆਂ ਦੀ ਸਿਫਤ ਕਰਦੇ ਨੇ, ਵਡਿਆਈ ਕਰਦੇ ਨੇ, ਵਿਚਾਰ ਕਰਨਾ ਕਰਦੇ ਹਨ। ਹੁਣ ਜਿਵੇਂ ਸਤਿਗੁਰੂ ਗਰੀਬ ਨਵਾਜ ਜੀ ਅੱਗੇ ਕੌਤਕ ਕਰਦੇ ਨੇ, ਜਿਵੇਂ ਸਤਿਗੁਰੂ ਗਰੀਬ ਨਵਾਜ ਜੀ ਸੁਲਤਾਨਪੁਰ ਸਾਹਿਬ ਵਾਪਸ ਜਾਣਾ ਕਰਦੇ ਨੇ, ਮੋਦੀ ਦੀ ਕਾਰ ਛੱਡਦੇ ਨੇ, ਉਹ ਸਾਰੀ ਕਥਾ ਵਿਚਾਰ ਆਉਣ ਵਾਲੇ ਪ੍ਰਸੰਗਾਂ ਦੇ ਅੰਦਰ ਸਰਵਣ ਕਰਨਾ ਕਰਾਂਗੇ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ। ਇੱਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਾਹਾਂ ਤੋਂ ਸਤਿਗੁਰੂ ਜੀ ਸਮਤ ਬਖਸ਼ਣ ਜੀ। ਮਨਜ ਪਰਸਪਰ ਮਿਲ ਹੈ ਸਰਾਹ ਹੈ। ਮੂਹਰ ਮਹੂ ਸ੍ਰੀ ਗੁਣ ਅਵਗਾਵ ਹੈ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ।